ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम ਦੋਸਤੋ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਨੌਲੇਜ ਪੁਆਇੰਟ। ਮੇਰਾ ਨਾਮ ਹੈ ਮੁਹੰਮਦ ਉਸਮਾਨ ਨਈਮ। ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗਾ ਸੇਮ ਥੋੜਾ ਦਾ ਜ਼ਮੀਨ ਦੇ ਬਾਰੇ ਚ, ਸੇਮ ਵਾਲੇ ਇਲਾਕੇ ਦੇ ਬਾਰੇ ਚ। ਸਾਡੇ ਬਹੁਤ ਸਾਰੇ ਕਾਸ਼ਤਕਾਰ ਦੋਸਤ ਐਸੇ ਨੇ ਜਿਨ੍ਹਾਂ ਦਾ ਅੱਧਾ ਰਕਬਾ ਜਾਂ ਅੱਧੇ ਤੋਂ ਜ਼ਿਆਦਾ ਰਕਬਾ ਵੀ ਉਹ ਇਸ ਵਾਸਤੇ ਕਾਸ਼ਤ ਨਹੀਂ ਕਰਦੇ ਕਿਉਂਕਿ ਉਹ ਸਾਰੀ ਤੇ ਸਾਰੀ ਜ਼ਮੀਨ ਜਿਹੜੀ ਹੈ ਉਹ ਸੇਮ ਦਾ ਸ਼ਿਕਾਰ ਹੈ। ਤੇ ਸੇਮ ਵਾਲੀ ਜ਼ਮੀਨ ਵਾਸਤੇ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਸੇਮ ਵਾਲੀ ਜ਼ਮੀਨ ਦੇ ਅੰਦਰ ਅਸੀਂ ਕਿਹੜੀ ਐਸੀ ਸ਼ੈ ਜਿਹੜੀ ਹੈ ਉਹ ਉਗਾ ਸਕਨੇ ਆ, ਕਿਹੜੀ ਐਸੀ ਸ਼ੈ ਲਾ ਸਕਨੇ ਆ ਜੋ ਕਿ ਸਾਨੂੰ ਮਾਸ਼ੀ ਤੌਰ ਤੇ ਵੀ ਫਾਇਦਾ ਦੇਵੇ, ਜਿਹਦੇ ਨਾਲ ਸਾਡਾ ਜ਼ਰੀਆ ਆਮਦਨ ਵੀ ਚੰਗਾ ਰਵੇ ਤੇ ਜਿਹੜੀ ਫਸਲ ਸੇਮ ਵਾਲੇ ਇਲਾਕੇ 'ਚ ਬੜੀ ਅੱਛੇ ਤਰੀਕੇ ਦੇ ਨਾਲ ਗਰੋਥ ਦੇਵੇ। ਦੋਸਤੋ, ਸਫੈਦੇ ਦੇ ਦਰਖਤ ਦੇ ਬਾਰੇ 'ਚ ਤੁਸੀਂ ਬੜੇ ਅੱਛੇ ਤਰੀਕੇ ਨਾਲ ਜਾਣਦੇ ਹੋ। ਸਫੈਦੇ ਦਾ ਦਰਖਤ ਇੱਕ ਐਸਾ ਦਰਖਤ ਹੈ ਜਿਹਦੀ ਲੰਬਾਈ ਤਕਰੀਬਨ 480 ਫੁੱਟ ਤੱਕ ਹੋ ਸਕਦੀ ਹੈ। ਸਫੈਦੇ ਦੇ ਦਰਖਤ ਦੀ ਇੱਕ ਕਿਸਮ ਐਸੀ ਵੀ ਹੈ ਜਿਹਦੀ ਲੰਬਾਈ, ਜਿਹਦੀ ਉਚਾਈ 480 ਫੁੱਟ ਤੱਕ ਜਾ ਸਕਦੀ ਹੈ। ਦੋਸਤੋ, ਸੇਮ ਥੋੜ ਵਾਲੀ ਜ਼ਮੀਨ ਦੇ ਅੰਦਰ ਅਗਰ ਅਸੀਂ ਸਫੈਦੇ ਦੀ ਕਾਸ਼ਤ ਕਰੀਏ ਤਾਂ ਸਫੈਦੇ ਦੀ ਕਾਸ਼ਤ ਸਾਨੂੰ ਮਾਸ਼ੀ ਤੌਰ ਤੇ ਜ਼ਰਾਏ ਆਮਦਨ ਤੌਰ ਤੇ ਬੜੀ ਅੱਛੀ ਪੈਦਾਵਾਰ ਦੇ ਸਕਦੀ ਹੈ। ਸਫੈਦੇ ਦੀ ਲੱਕੜ ਜਿਹੜੀ ਹੈ ਉਹ ਫਲੈਟ ਫਰਨੀਚਰ ਬਣਾਉਣ ਵਾਸਤੇ, ਯਾਨੀ ਕਿ ਜਿਹੜੇ ਅਸੀਂ ਮੇਜ਼ ਬਣਾਉਂਦੇ ਆ ਉਹਨਾਂ ਮੇਜ਼ਾਂ ਦੀ ਉੱਪਰ ਵਾਲੀ ਛੱਤ ਬਣਾਉਣ ਵਾਸਤੇ ਅਸੀਂ ਇਸਤੇਮਾਲ ਕਰ ਸਕਦੇ ਹਾਂ। ਦੋਸਤੋ, ਸਫੈਦੇ ਦੇ ਪੱਤਿਆਂ ਨੂੰ ਅਗਰ ਅਸੀਂ ਪਾਣੀ 'ਚ ਉਬਾਲੀਏ ਤੇ ਉਸ ਉਬਲੇ ਪਾਣੀ ਦੀ ਭਾਫ ਆਪਾਂ ਲਈਏ ਤੇ ਉਹਦੇ ਨਾਲ ਅਸੀਂ ਆਪਣਾ ਰੈਸਪੀਰੇਟਰੀ ਟਰੈਕ ਯਾਨੀ ਕਿ ਸਾਹ ਲੈਣ ਦਾ ਅਮਲ ਜਿਹੜਾ ਉਹਨੂੰ ਵੀ ਬਿਹਤਰ ਕਰ ਸਕਦੇ ਹਾਂ। ਉਸ ਤੋਂ ਇਲਾਵਾ ਹਕੀਮ ਹਜ਼ਰਾਤ ਬਹੁਤ ਸਾਰੀਆਂ ਅਦਵਿਯਾਤ ਸਫੈਦੇ ਦੇ ਪੱਤਿਆਂ ਤੋਂ, ਸਫੈਦੇ ਦੀ ਛੱਲ ਤੋਂ ਤਿਆਰ ਕਰਦੇ ਨੇ ਜੋ ਕਿ ਸਾਡੇ ਵਾਸਤੇ ਬਹੁਤ ਜ਼ਿਆਦਾ ਕਾਰਾਮਦ ਸਾਬਤ ਹੁੰਦੀਆਂ ਨੇ। ਉਸ ਤੋਂ ਇਲਾਵਾ ਜਿਹੜੇ ਜ਼ਿਮੀਦਾਰ ਦੋਸਤਾਂ ਦਾ ਰਕਬਾ ਸੇਮ ਦਾ ਸ਼ਿਕਾਰ ਹੈ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਇਹ ਹੈ ਕਿ ਆਪਣੇ ਰਕਬੇ ਨੂੰ ਸੇਮ ਦਾ ਕਰਕੇ ਖਾਲੀ ਨਾ ਛੱਡੋ। ਬਰਾਏ ਮਿਹਰਬਾਨੀ ਉੱਥੇ ਕੋਸ਼ਿਸ਼ ਕਰਕੇ ਸਫੈਦੇ ਦੇ ਦਰਖਤ ਲਾ ਦਿਓ। ਸਫੈਦੇ ਦੇ ਪੌਦੇ ਜਿਸ ਤਰ੍ਹਾਂ ਦੀ ਮਰਜ਼ੀ ਜ਼ਮੀਨ ਹੋਵੇ ਉਹਦੇ ਅੰਦਰ ਤਕਰੀਬਨ 96% ਉਗਣ ਦੀ ਤਾਕਤ ਰੱਖਦੇ ਨੇ। ਹਰ ਤਰ੍ਹਾਂ ਦੇ ਰਕਬੇ 'ਚ ਸਫੈਦੇ ਦਾ ਪੌਦਾ ਕਾਮਯਾਬੀ ਨਾਲ ਹੋ ਜਾਂਦਾ ਹੈ। ਸਫੈਦੇ ਦਾ ਦਰਖਤ ਕਾਮਯਾਬੀ ਦੇ ਨਾਲ ਚੰਗਾ ਭਲਾ ਕੱਦ ਕਰ ਜਾਂਦਾ, ਜਿਹਦੀ ਵਜ੍ਹਾ ਨਾਲ ਅਸੀਂ ਆਪਣੇ ਸੇਮ ਵਾਲੇ ਇਲਾਕੇ ਤੋਂ ਚੰਗੀ ਭਲੀ ਆਮਦਨ ਹਾਸਲ ਕਰ ਸਕਨੇ ਆ। ਸਫੈਦੇ ਦੇ ਪੌਦੇ ਦੇ ਹਰ ਹਿੱਸੇ ਤੋਂ ਅਸੀਂ ਆਮਦਨ ਹਾਸਲ ਕਰ ਸਕਨੇ ਆ। ਸਫੈਦੇ ਦੇ ਪੱਤੇ ਮੁਖਤਲਿਫ ਕਿਸਮ ਦੀਆਂ ਹਰਬਲ ਅਦਵਿਯਾਤ ਬਣਾਉਣ 'ਚ ਇਸਤੇਮਾਲ ਹੁੰਦੇ ਨੇ। ਉਸ ਤੋਂ ਇਲਾਵਾ ਸਫੈਦੇ ਦੀ ਲੱਕੜ ਜਿਹੜੀ ਹੈ ਫਰਨੀਚਰ ਬਣਾਉਣ 'ਚ ਇਸਤੇਮਾਲ ਹੁੰਦੀ ਹੈ। ਸਫੈਦੇ ਦੀ ਲੱਕੜ ਖੇਡਾਂ ਦਾ ਸਮਾਨ ਬਣਾਉਣ 'ਚ ਇਸਤੇਮਾਲ ਹੁੰਦੀ ਹੈ। ਸਫੈਦੇ ਦੀ ਲੱਕੜ ਬਤੌਰ ਇੰਧਨ ਇਸਤੇਮਾਲ ਹੁੰਦੀ ਹੈ। ਸਫੈਦੇ ਦਾ ਤੇਲ ਜਿਹੜਾ ਉਹ ਮੁਖਤਲਿਫ ਕਿਸਮ ਦੀਆਂ ਦਰਦਾਂ ਜਿਹੜੀਆਂ ਸਾਨੂੰ ਜੋੜਾਂ ਦੀਆਂ ਹੁੰਦੀਆਂ ਨੇ ਉਹਨਾਂ ਤੇ ਅਗਰ ਅਸੀਂ ਸਫੈਦੇ ਦੇ ਤੇਲ ਦਾ ਮਾਲਿਸ਼ ਕਰੀਏ ਤੇ ਉਹ ਦਰਦਾਂ ਤੇ ਅਸੀਂ ਕਾਬੂ ਪਾ ਸਕਨੇ ਹਾਂ। ਉਸ ਤੋਂ ਇਲਾਵਾ ਸਫੈਦੇ ਦਾ ਤੇਲ ਮੁਖਤਲਿਫ ਕਿਸਮ ਦੀਆਂ ਹਰਬਲ ਮੈਡੀਸਨਸ ਬਣਾਉਣ 'ਚ ਵੀ ਇਸਤੇਮਾਲ ਹੁੰਦਾ ਹੈ। ਤੇ ਸਫੈਦੇ ਦੇ ਦਰਖਤ ਨੂੰ ਆਪਣੀਆਂ ਸੇਮ ਵਾਲੀਆਂ ਜ਼ਮੀਨਾਂ 'ਚ ਲਾਜ਼ਮੀ ਕਾਸ਼ਤ ਕਰੋ ਤਾਂ ਕਿ ਅਸੀਂ ਆਪਣੇ ਉਸ ਸੇਮ ਵਾਲੇ ਰਕਬੇ ਨੂੰ ਖਾਲੀ ਛੱਡਣ ਦੀ ਬਜਾਏ ਉਸੇ ਸੇਮ ਵਾਲੇ ਰਕਬੇ ਤੋਂ ਲੱਖਾਂ ਰੁਪਇਆ ਆਮਦਨ ਹਾਸਲ ਕਰ ਸਕੀਏ। ਸਫੈਦੇ ਦੀ ਜਿਹੜੀ ਲੱਕੜ ਹੈ ਉਹ ਇੰਨੀ ਕੁ ਮਜ਼ਬੂਤ ਹੁੰਦੀ ਹੈ ਕਿ ਇਹਨੂੰ ਬੈਂਡ ਕਰਨਾ, ਮੋੜਨਾ ਜਾਂ ਨਮੀ ਦੀ ਵਜ੍ਹਾ ਤੋਂ ਜਿਹੜੀ ਅਕਸਰ ਲੱਕੜ ਜਿਹੜੀ ਉਹ ਬੈਂਡ ਹੋ ਜਾਂਦੀ ਹੈ, ਮੁੜ ਜਾਂਦੀ ਹੈ। ਸਫੈਦੇ ਦੀ ਲੱਕੜ ਦਾ ਉਹ ਕੰਮ ਨਹੀਂ ਹੁੰਦਾ। ਸਫੈਦੇ ਦੀ ਆ ਜਿਹੜੀ ਛੱਲ ਹੈ ਇਹਨੂੰ ਅਸੀਂ ਬਤੌਰ ਮਸਵਾਕ ਵੀ ਇਸਤੇਮਾਲ ਕਰ ਸਕਨੇ ਆ ਤੇ ਉਹਦੇ ਨਾਲ ਸਾਡੀਆਂ ਜਿਹੜੀਆਂ ਦੰਦਾਂ ਦੀਆਂ ਦਰਦਾਂ ਨੇ ਜਾਂ ਦੰਦ ਦੇ ਜਿਹੜੇ ਇਨਫੈਕਸ਼ਨ ਨੇ ਉਹ ਵੀ ਬੜੇ ਅੱਛੇ ਤਰੀਕੇ ਨਾਲ ਅਸੀਂ ਕੰਟਰੋਲ ਕਰ ਸਕਨੇ ਆ ਅਗਰ ਅਸੀਂ ਸਫੈਦੇ ਦੀ ਐਸ ਛੱਲ ਦੀ ਮਸਵਾਕ ਕਰੀਏ ਤੇ। ਬਹੁਤ ਸ਼ੁਕਰੀਆ ਜੀ, ਥੈਂਕ ਯੂ, ਅੱਲਾ ਹਾਫਿਜ਼।